कारोबार करना होए तो फिर शहर ही सही है क्योंकि छोटे मोटे कोई 40 ਦੇ ਕਰੀਬ ਜਾਨਵਰ ਨੇ। ਅਸੀਂ ਇਹਨਾਂ ਦੀ 3 ਟਾਈਮ ਸਫਾਈ ਕਰ ਦਿੰਦੇ ਆ। 5 ਕਿਲੋ ਆ ਜਾਂਦਾ ਹੈ ਇੱਕ ਜਾਨਵਰ ਦਾ ਬੰਦਾ। ऐसा ਸੂਈ ਮਾਈ ਚੋ ਕੇ ਬੰਦਾ ले। बिस्मिल्लाहिर्रहमानिर्रहीम। अस्सलामु अलैकुम। फार्मिंग टिप्स में शाहिद अली अवान की जानिब से खुश आमदीद। नाजरीन, आज की वीडियो जहां पर बहुत अच्छी मालूमात रखती है वहीं पर दीगर 2 खसूसियात की बना पर यह वीडियो यूनिक है दूसरी वीडियोज़ से। और नंबर 1 खसूसियत यह है कि ये फार्म इंतहाई गुंजान आबाद इलाके में अहसन तरीके से चलाया जा रहा है। नंबर 2 खूबी इनके मालकान की है जो कि पाकिस्तान में कार्गो का एक मशहूर ब्रांड पाकिस्तान कार्गो भी चला रहे हैं और उसके साथ साथ शौक की वजह से अपनी डेयरी फार्मिंग भी खुद कर रहे हैं। देखिए कैसे ये डेयरी फार्मिंग के काम को भी खुद सारा अंजाम देते हैं। तो चलें इनसे मुलाकात करते हैं और कुछ सीखने की कोशिश करते हैं। अस्सलाम वालेकुम। वालेकुम सलाम जी। भाईजान की हाल चाल है? हाँ जी ठीक ठाक जी। की नाम भाई दा? मेरा नाम अब्दुल रहमान है जी। चाचा अब्दुल रहमान, माशाल्लाह जानवरों का काम कितने अरसे तो कर रहे हो? अरसा 20 साल तो कर रहे हैं ਅਸੀਂ। अच्छा, ਮਾਸ਼ਾਅੱਲਾ ਤੁਸੀਂ ਸਿਟੀ ਦੇ ਵਿੱਚ ਮੈਨੇਜ ਕਰਨ ਦੇ ਹੋ ਤੇ ਸਿਟੀ ਦੇ ਵਿੱਚ ਕਾਰੋਬਾਰ ਕਰਨ 'ਚ ਕੀ ਮਸਾਇਲ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਹੁਣ ਤੱਕ? ਮਸਾਇਲ ਇਹ ਕਿ ਸਾਨੂੰ ਜਿਹੜੇ ਨਾ ਬਾਹਰੋਂ ਚਾਰਾ ਵਗੈਰਾ ਖਰੀਦ ਕੇ ਫਿਰ ਅਸੀਂ ਲਿਆ ਕੇ ਤੇ ਇਹਨਾਂ ਨੂੰ ਚਾਰਾ ਵਗੈਰਾ ਪਾਉਂਦੇ ਆ। ਠੀਕ ਹੈ। ਬਾਕੀ ਤੁਹਾਡੇ ਖਿਆਲ 'ਚ ਸ਼ਹਿਰ ਦੇ ਵਿੱਚ ਫਾਰਮ ਨੂੰ ਮੈਨੇਜ ਕਰਨਾ ਆਸਾਨ ਹੈ ਜਾਂ ਪਿੰਡ ਦੇ ਵਿੱਚ? ਨਹੀਂ, ਸ਼ਹਿਰ 'ਚ ਔਖਾ ਹੈ ਮੈਨੇਜ ਕਰਨਾ। ਅੱਛਾ, ਪਿੰਡ ਦੇ ਵਿੱਚ ਆਸਾਨ ਹੈ। ਪਿੰਡ 'ਚ ਆਸਾਨ ਹੈ? ਪਿੰਡ 'ਚ ਆਸਾਨ ਹੈ। ਉੱਥੋਂ ਚਾਰਾ ਵਗੈਰਾ ਇਹ ਉਹ ਸਭ ਕੁਝ ਨਜ਼ਦੀਕ ਤੋਂ ਮਿਲ ਜਾਂਦਾ ਹੈ। ਅੱਛਾ, ਤੇ ਇੱਥੋਂ ਇਹ ਸਾਨੂੰ 5-6 ਕਿਲੋਮੀਟਰ ਦੂਰ ਜਾ ਕੇ ਲਿਆਉਣਾ ਪੈਂਦਾ ਚਾਰਾ। ਠੀਕ ਹੈ। ਇਹ ਮਸਲਾ ਯਾਨੀ ਚਾਰਾ ਤੁਹਾਨੂੰ ਦੂਰੋਂ ਜਾ ਕੇ ਲਿਆਉਣਾ ਪੈਂਦਾ? ਦੂਰੋਂ ਜਾ ਕੇ ਲਿਆਉਣਾ ਪੈਂਦਾ। ਇਹਦੇ ਮੱਦੇ ਮੁਕਾਬਲ ਅਗਰ ਦੇਖਿਆ ਜਾਏ ਤੇ ਪਿੰਡ ਦੇ ਵਿੱਚ ਦੁੱਧ ਦਾ ਰੇਟ ਬਹੁਤ ਕਮ ਹੁੰਦਾ ਹੈ ਸ਼ਹਿਰ ਦੀ ਨਿਸਬਤ। ਤੇ ਅਗਰ ਉਸ ਚੀਜ਼ ਨੂੰ ਦੇਖਿਆ ਜਾਏ ਤੇ ਫਿਰ ਕੰਮ ਸ਼ਹਿਰ ਕਰਨਾ ਵਾਰੇ 'ਚ ਖਾਂਦਾ ਹੈ ਜਾਂ ਪਿੰਡ 'ਚ ਕੰਮ ਕਰਨਾ ਵਾਰਾ ਖਾਂਦਾ ਹੈ? ਨਹੀਂ, ਜੇ ਕਾਰੋਬਾਰ ਕਰਨਾ ਹੋਏ ਤਾਂ ਫਿਰ ਸ਼ਹਿਰ ਹੀ ਸਹੀ ਹੈ ਕਿਉਂਕਿ ਇੱਥੇ ਸਾਫ ਸੁਥਰਾ ਮਾਹੌਲ ਹੈ, ਸਾਫ ਸੁਥਰਾ ਦੁੱਧ ਦੇਈਦਾ ਹੈ। ਅੱਛਾ, ਕੋਈ ਪਾਣੀ ਵਗੈਰਾ ਇਹ वो कोई मिलावट किसी किस्म की कोई नहीं ਅਸੀਂ करते हैं। ठीक है। और 20 साल तो काम कर रहे हैं और बिल्कुल साफ सुथरा दुੱਧ ਦੇ ਰਹੇ ਹਾਂ ਅਸੀਂ। ਦੁੱਧ ਵੀ ਆਸਾਨੀ ਨਾਲ ਸੇਲ ਹੋ ਜਾਂਦਾ ਹੈ? ਦੁੱਧ ਆਸਾਨੀ ਨਾਲ ਸੇਲ ਹੋ ਜਾਂਦਾ ਸਾਡਾ। ਕੋਈ ਵਜਨ ਕੇ ਰੇਟ ਇੱਥੇ ਕੀ ਮਿਲ ਜਾਂਦਾ ਹੈ? ਰੇਟ ਸਾਡਾ ਇੱਥੇ ਕੁਝ ਜਿਹੜੇ ਪੁਰਾਣੇ ਗਾਹਕ ਲੱਗੇ ਨੇ ਉਹ 100 ਰੁਪਏ ਲੱਗ ਜਾਂਦੇ ਨੇ। ਕੁਝ ਗਾਹਕ ਜਿਹੜੇ ਨੇ 120 ਰੁਪਏ ਲੱਗ ਜਾਂਦੇ ਨੇ। ਠੀਕ ਹੈ, ਯਾਨੀ 100 ਤੋਂ 120 ਤੱਕ ਤੁਹਾਨੂੰ ਰੇਟ ਮਿਲ ਜਾਂਦਾ ਹੈ ਤੱਕ ਜਿਹੜਾ ਨਾ ਅਸੀਂ ਸੇਲ ਕਰਦੇ ਹਾਂ ਦੁੱਧ। ਠੀਕ ਹੈ। ਇਹ ਤੁਸੀਂ ਮਾਸ਼ਾਅੱਲਾ ਕਿੰਨੇ ਜਾਨਵਰ ਰੱਖੇ ਨੇ ਇਸ ਜਗ੍ਹਾ ਦੇ? ਇਸ ਵੇਲੇ ਕੋਈ ਛੋਟੇ ਮੋਟੇ ਕੋਈ 40 ਦੇ ਕਰੀਬ ਜਾਨਵਰ ਨੇ। ਤੇ ਇਹ ਕਿੰਨੀ ਜਗ੍ਹਾ 'ਚ ਇਹਨਾਂ ਨੂੰ ਤੁਸੀਂ ਮੈਨੇਜ ਕਰ ਰਹੇ ਹੋ? ਇਹ 10 ਮਰਲੇ ਦੇ ਵਿੱਚ। 10 ਮਰਲੇ ਤੁਸੀਂ ਮੈਨੇਜ ਕਰ ਰਹੇ ਹੋ ਤੇ ਕਿਆ 24 ਘੰਟੇ ਇਹ ਜਾਨਵਰ ਇੱਥੇ ਹੀ ਰਹਿੰਦੇ ਨੇ ਜਾਂ ਇਹਨਾਂ ਦਾ ਵਾੜਾ ਵੀ ਚੇਂਜ ਕਰਦੇ ਹੋ? 24 ਘੰਟੇ ਇਸੇ ਜਗ੍ਹਾ ਤੇ ਰਹਿੰਦੇ ਨੇ। ਅੱਛਾ, ਅਸੀਂ ਇਹਨਾਂ ਦੀ 3 ਟਾਈਮ ਸਫਾਈ ਕਰ ਦਿੰਦੇ ਹਾਂ। ਠੀਕ ਹੈ। 3 ਟਾਈਮ ਸਫਾਈ ਕਰਕੇ ਬਾਕੀ ਚਾਰਾ ਵਗੈਰਾ ਇਹ वो ਇਹਨਾਂ ਨੂੰ ਪਾ ਦਈਏ। ਸਫਾਈ ਵਗੈਰਾ ਤੁਸੀਂ ਇਹਨਾਂ ਦੀ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਇਹ ਥੋੜੀ ਜਗ੍ਹਾ 'ਚ ਤੁਸੀਂ ਥੱਲੇ ਪੱਕੀ ਜਗ੍ਹਾ ਬਣਾਈਏ ਤੇ ਪੱਕੀ ਜਗ੍ਹਾ 'ਚ ਜਾਨਵਰਾਂ ਨੂੰ ਕੋਈ ਮਸਾਇਲ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ? ਮਸਾਇਲ ਦਾ ਸਾਹਮਣਾ ਹੈ ਜਿਹੜੇ ਜਾਨਵਰ ਗਿੱਜਣਗੇ ਨਾ। ਹਾਂ, ਉਹਨਾਂ ਨੂੰ ਕੋਈ ਮਸਲਾ ਨਹੀਂ। ਅੱਛਾ, ਜਿਹੜਾ ਕੋਈ ਨਵਾਂ ਜਾਨਵਰ ਲਿਆਉਂਦੇ ਆ ਉਹਦੇ ਵਾਸਤੇ ਦਾ ਮਸਲਾ ਹੁੰਦਾ ਹੈ। ਉਹਨੂੰ ਅਸੀਂ ਈਟਾਂ ਤੇ ਬੰਨ ਦਿੰਦੇ ਆ। ਅੱਛਾ, ਫਰਸ਼ ਵਗੈਰਾ ਤੇ ਨਹੀਂ ਹੁੰਦੇ ਤੇ ਫਿਰ ਆਹਿਸਤਾ ਆਹਿਸਤਾ ਸੈੱਟ ਹੋ ਜਾਂਦਾ? ਆਹਿਸਤਾ ਆਹਿਸਤਾ ਫਿਰ ਜਾਨਵਰ ਜਿਹੜਾ ਨਾ ਆਪਣਾ ਜਗ੍ਹਾ ਸੈੱਟ ਕਰ ਲੈਂਦਾ। ਠੀਕ ਹੈ। ਇਹ ਤੁਹਾਡੇ ਕੋਲ ਇਸ ਟਾਈਮ ਮੱਝਾਂ ਕਿੰਨੀਆਂ ਬੱਝੀ ਦੀਆਂ ਨੇ ਤੇ ਗਾਈਆਂ ਕਿੰਨੀਆਂ ਨੇ? ਮੱਝਾਂ ਹੈ ਨੇ ਕੋਈ 17-18 ਦੇ ਕਰੀਬ ਤੇ ਗਾਈਆਂ ਕੋਈ 8 ਦੇ ਕਰੀਬ ਨੇ। ਕਿੰਨਾ ਛੋਟੇ ਜਾਨਵਰ ਨੇ। ਕਿੰਨਾ ਕਿਹਨਾਂ ਵਾਸਤੇ ਚਾਰਾ ਤੁਸੀਂ ਖਰੀਦਦੇ ਹੋ? ਚਾਰਾ ਤਕਰੀਬਨ ਇਹਨਾਂ ਵਾਸਤੇ ਹੋ ਜਾਂਦਾ ਕੋਈ 30 ਤੋਂ 35 ਮਣ। ਅੱਛਾ, 30 ਤੋਂ 35 ਮਣ ਚਾਰਾ ਤੁਸੀਂ ਇਹਨਾਂ ਵਾਸਤੇ ਖਰੀਦ ਰਹੇ ਹੋ ਰੋਜ਼ਾਨਾ ਦੀ ਬੁਨਿਆਦ ਤੇ? ਰੋਜ਼ਾਨਾ ਦੀ ਬੁਨਿਆਦ ਤੇ ਨਹੀਂ, ਜਿਹੜਾ ਮਤਲਬ ਕਿੱਲਿਆਂ 'ਚ ਜਾਂ ਕਨਾਲਾਂ 'ਚ ਗੱਲ ਕੀਤੀ ਜਾਏ ਤੇ ਕਿੰਨੇ ਕਿੱਲੇ ਚਾਰਾ ਇੱਕ ਸੀਜ਼ਨ ਦਾ ਚਾਰ ਜਾਂਦਾ ਹੈ? ਤਕਰੀਬਨ ਕੋਈ ਇੱਕ ਸੀਜ਼ਨ ਦਾ ਕੋਈ ਜਿਹੜਾ ਦੁਬਾਰਾ ਫਿਰ ਚਾਰਾ ਹੋ ਜਾਂਦਾ ਨਾ ਕੋਈ 8 ਏਕੜ ਦੇ ਕਰੀਬ ਜਿਹੜਾ 8 ਤੋਂ 10 ਏਕੜ ਦੇ ਕਰੀਬ ਜਿਹੜਾ ਚਾਰਾ ਅਸੀਂ ਇਸਤੇਮਾਲ ਕਰ ਲੈਂਦੇ ਹਾਂ। ਤੇ ਤੂੜੀ ਕਿੰਨੀ ਕੁ ਲੱਗ ਜਾਂਦੀ ਹੈ? ਤੂੜੀ ਤਕਰੀਬਨ ਕੋਈ ਕਹਿ ਲਓ ਕਿ 100 ਮਣ ਦੇ ਕਰੀਬ ਇੱਕ ਮਹੀਨੇ ਦੀ। ਇੱਕ ਮਹੀਨੇ ਦੀ 100 ਮਣ ਤੂੜੀ ਖਰਚ ਹੋ ਜਾਂਦੀ ਹੈ ਤੇ 12 ਮਹੀਨਿਆਂ 'ਚ ਫਿਰ 1200 ਮਣ 1200 ਮਣ ਤਕਰੀਬਨ ਅਸੀਂ ਜਿਹੜੇ ਤੂੜੀ ਖਰਚ ਕਰ ਜਾਂਦੇ। ਅੱਜ ਕੱਲ ਤੁਸੀਂ ਇਹਨਾਂ ਜਾਨਵਰਾਂ ਨੂੰ ਕੀ ਵੰਡਾ ਖਿਲਾ ਰਹੇ ਹੋ ਸਰਦੀਆਂ ਦੇ ਵਿੱਚ? ਸਰਦੀਆਂ 'ਚ ਵੰਡਾ ਇਹਨੂੰ ਖਿਲਾ ਰਹੇ ਹਾਂ ਵੜੇਵੇਂ ਦੀ ਖਾਲ। ਠੀਕ। ਤੇ ਬਾਕੀ ਉਹ ਬੇਕਰੀ ਵਗੈਰਾ ਯੂਜ਼ ਕਰਨੇ ਆ। ਠੀਕ ਹੈ।
और मसलों की थोड़ी भी यूज़ कर जाने। ठीक है। बाकी कौड़ी खाल सुक्कियां रोटियां भी सुक्कियां रोटियां नहीं मिलदियां। अच्छा ठीक है। ਇਹ ਚੀਜ਼ਾਂ ਤੁਸੀਂ ਯੂਜ਼ ਕਰਦੇ ਹੋ? ਅਸੀਂ ਯੂਜ਼ ਕਰਨੇ ਇਹਨਾਂ ਨੂੰ। ਦੁੱਧ ਵਾਲੇ ਜਾਨਵਰਾਂ ਨੂੰ ਸਿਰਫ ਵੰਡਾ ਖਿਲਾਉਂਦੇ ਹੋ ਜਾਂ ਬਗੈਰ ਦੁੱਧ ਵਾਲਿਆਂ ਨੂੰ? ਬਗੈਰ, ਸਾਰੇ ਇੱਕ ਰੂਟੀਨ ਨਾਲ ਖਵਾਈਦਾ ਸਾਰਿਆਂ ਨੂੰ। ਜਿਹੜੇ ਦੁੱਧ ਘੱਟ ਦਿੰਦੇ ਨੇ ਉਹਨਾਂ ਨੂੰ ਵੀ ਇੱਕ ਰੂਟੀਨ ਨਾਲ, ਜਿਹੜੇ ਜ਼ਿਆਦਾ ਦਿੰਦੇ ਨੇ ਉਹਨਾਂ ਨੂੰ ਵੀ ਉਸੇ ਰੂਟੀਨ ਦੇ ਨਾਲ ਜਾ ਰਿਹਾ, ਇੱਕ ਜੈਸਾ ਜਿਹੜਾ ਨਾ। ਠੀਕ ਹੈ। 12 ਮਹੀਨੇ ਇੱਕ ਜੈਸਾ ਅਸੀਂ ਚਾਰਾ ਪਾਣਾ ਹੁੰਦਾ। ਕਿੰਨਾ ਕੁ ਇੱਕ ਜਾਨਵਰ ਦੇ ਹਿੱਸੇ 'ਚ ਆ ਜਾਂਦਾ ਹੈ? ਤਕਰੀਬਨ ਕੋਈ 5 ਕਿਲੋ ਆ ਜਾਂਦਾ ਹੈ ਇੱਕ ਜਾਨਵਰ ਦਾ ਵੰਡਾ ਐਸਾ। 5 ਕਿਲੋ ਵੰਡਾ? 5 ਕਿਲੋ ਵੰਡਾ ਤੇ ਮੁੱਲ ਦੇ ਚਾਰਾ ਖਵਾ ਕੇ ਇੰਨਾ ਮਹਿੰਗਾ, ਕਿਆ ਇਹ ਕੰਮ ਵਾਰਾ ਖਾ ਜਾਂਦਾ ਹੈ? ਅੱਛੇ ਤਰੀਕੇ ਨਾਲ ਜੇ ਇਹਨਾਂ ਦੀ ਸੇਵਾ ਕੀਤੀ ਜਾਏ ਤੇ ਫਿਰ ਠੀਕ ਹੈ, ਤੇ ਜੇ ਇਹਨਾਂ ਨੂੰ ਨਾ ਪਾਇਆ ਜਾਏ ਤੇ ਫਿਰ ਇਹਨਾਂ ਕੋਲ ਕੀ ਲੈਣਾ ਹੈ। ਠੀਕ ਹੈ। ਅੱਛਾ, ਮੈਂ ਦੇਖਿਆ ਕਿ ਤੁਹਾਡੀਆਂ ਮੱਝਾਂ ਵੱਧ ਤੋਂ ਵੱਧ ਨਸਲੀ ਨੇ। ਮੇਰੀ ਅਕਲ ਦੇ ਮੁਤਾਬਕ ਤੁਹਾਡੀਆਂ ਮੱਝਾਂ ਇੰਤਹਾਈ ਅੱਛੀ ਮੱਝਾਂ ਦੀ ਖਸੂਸੀਅਤ ਦੀਆਂ ਹਾਮਲ ਨੇ, ਕਿਉਂਕਿ ਇਹਨਾਂ ਦੇ ਪਿੱਛੇ ਵੀ ਚੌੜੇ ਨੇ, ਅੱਗੋਂ ਪਤਲੀਆਂ ਨੇ, ਥਣ ਬਰਾਬਰ ਨੇ, ਬਰਾਬਰ ਫਾਸਲੇ ਨੇ, ਪੂਛਲਾਂ ਲੰਮੀਆਂ। ਇਹ ਮੱਝਾਂ ਰੱਖਣੀਆਂ ਫਾਰੇ 'ਚ ਕਹਿੰਦੀਆਂ ਨੇ ਕਿਉਂਕਿ ਮਹਿੰਗੀਆਂ ਨੇ, ਜਾਂ ਉਹਦੀਆਂ ਸਸਤੀਆਂ ਡਿੰਗੀਆਂ ਫੜੰਗੀਆਂ ਹੁੰਦੀਆਂ ਨੇ ਉਹ ਵਾਰਾ ਖਾਂਦੀਆਂ ਮੱਝਾਂ ਜਿਹੜੀਆਂ ਉਹ ਨਹੀਂ ਵਾਰੇ ਦੇ ਵਿੱਚ। ਉਹ ਕਿਉਂ? ਉਹ ਸਸਤੀਆਂ ਨਹੀਂ ਮਿਲਦੀਆਂ? ਉਹ ਸਸਤੀਆਂ ਨਹੀਂ, ਸਸਤੀਆਂ ਮਿਲ ਜਾਂਦੀਆਂ ਨੇ ਪਰ ਦੁੱਧ ਦੀ ਮਿਕਦਾਰ ਉਹਨਾਂ ਦੀ ਘੱਟ ਹੈ। ਅੱਛਾ। ਇਹ 12 ਤੋਂ 13 ਕਿਲੋ 14 ਕਿਲੋ 10 ਕਿਲੋ ਐਨੀ ਐਵਰੇਜ ਜਿਹੜੀ ਡੇਲੀ ਦੀ ਅਸੀਂ ਇਹਨਾਂ ਕੋਲੋਂ ਲੈ ਰਹੇ ਹੋ। ਹਾਂ, ਤੇ ਗਾਈਆਂ ਕੋਲੋਂ ਅਸੀਂ 12 ਕਿਲੋ 14 ਕਿਲੋ 15 ਕਿਲੋ 16 ਕਿਲੋ ਤੱਕ ਗਾਈਆਂ। ਜਿਹੜੀ ਤੁਹਾਡੀ ਮੱਝਾਂ ਨੇ ਜਦੋਂ ਤਾਜ਼ੀਆਂ ਹੁੰਦੀਆਂ ਨੇ, ਮਾਸ਼ਾਅੱਲਾ ਵੰਡਾ ਵੀ ਤੁਸੀਂ ਅੱਛਾ ਪਾ ਰਹੇ ਹੋ, ਖੁਰਾਕ ਵੀ ਅੱਛੀ ਪਾ ਰਹੇ ਹੋ, ਜ਼ਿਆਦਾ ਤੋਂ ਜ਼ਿਆਦਾ ਇੱਕ ਮੱਝ ਜਿਹੜੀ ਉਹ ਕਿੰਨਾ ਦੁੱਧ ਦੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਨਾ 14-15 ਕਿਲੋ ਜਿਹੜੀ ਹੈ ਨਾ ਅੱਛੀ ਨਸਲ ਦੀ ਮੱਝ ਜਿਹੜੀ ਹੈ ਨਾ ਕਰ ਜਾਂਦੀ। ਉਹ ਕਰ ਜਾਂਦੀ। ਕਦੀ 20 ਕਿਲੋ ਤੇ ਵੀ ਗਈ ਹੈ? 20 ਕਿਲੋ ਤੇ ਬਹੁਤ ਘੱਟ ਜਾਂਦੀਆਂ ਹੈ ਨੇ ਉਹਨੂੰ। ਉਹ ਕੋਈ ਨਸਲੀ ਮੱਝ ਆ ਜਾਏ ਤੇ ਉਹਦੇ 'ਚ ਉਹ 20 ਕਿਲੋ ਤੱਕ ਜਾਏਗੀ, ਨਹੀਂ ਤੇ ਬਾਕੀ ਜਿਹੜੀ ਹੈ ਨਾ ਆਮ 12 ਕਿਲੋ 13 ਕਿਲੋ 14 ਕਿਲੋ ਐਨੀ ਜਿਹੜੀ ਹੈ ਨਾ। ਬੱਚੇ ਨੂੰ ਪਿਆ ਕੇ ਜਾਂ ਬੱਚੇ ਤੋਂ ਬਗੈਰ? ਬੱਚੇ ਤੋਂ ਬਗੈਰ। ਤੇ ਬੱਚੇ ਨੂੰ ਪਿਆ ਕੇ ਫਿਰ ਤੇ 2-3 ਕਿਲੋ ਪਿਆ ਕੇ ਫਿਰ 12 ਕਿਲੋ ਜਿਹੜਾ ਨਾ ਦੁੱਧ ਰਹਿ ਜਾਂਦਾ। ਠੀਕ ਹੈ। ਅੱਛਾ, ਕੀ ਤੁਸੀਂ ਨਵੇਂ ਬੰਦੇ ਨੂੰ ਮਸ਼ਵਰਾ ਦੇਵੋਗੇ ਕਿ ਮੱਝਾਂ ਦਾ ਕਾਰੋਬਾਰ ਕਰਨਾ ਚਾਹੀਦਾ ਜਾਂ ਗਾਈਆਂ ਦਾ, ਜਾਂ ਇਹਨਾਂ ਨੂੰ ਮਿਕਸ ਕਰਕੇ? ਮਿਕਸ ਕਰਕੇ ਸਹੀ ਹੈ। ਜਿਹੜੇ ਨਾ ਮੱਝਾਂ ਦਾ ਕਾਰੋਬਾਰ ਵਿੱਚ ਨੁਕਸਾਨ ਵੀ ਹੁੰਦਾ ਹੈ, ਫਾਇਦਾ ਵੀ ਹੁੰਦਾ ਹੈ। ਠੀਕ ਹੈ। ਜੇ ਅੱਛੇ ਤਰੀਕੇ ਨਾਲ ਚਾਰਾ ਸ਼ਾਰਾ ਪਾਇਆ ਜਾਏ ਤੇ ਮੱਝਾਂ ਜਿਹੜੀਆਂ ਨਾ ਉਹ ਠੀਕ ਰਹਿੰਦੀਆਂ ਨੇ। ਠੀਕ ਰਹਿੰਦੀਆਂ। ਤੇ ਮਿਕਸ ਰੱਖਣ ਦਾ ਕੀ ਫਾਇਦਾ ਹੈ? ਮਿਕਸ ਇਹ ਕਿ ਗਾਈਆਂ ਦਾ ਦੁੱਧ ਜਿਹੜਾ ਨਾ ਜ਼ਿਆਦਾ ਮਿਕਦਾਰ ਹੁੰਦਾ ਹੈ, ਮੱਝਾਂ ਦਾ ਦੁੱਧ ਘੱਟ ਮਿਕਦਾਰ ਹੁੰਦਾ ਹੈ। ਠੀਕ ਹੈ। ਗਾਈਆਂ 12 ਮਹੀਨੇ ਦੁੱਧ ਇੱਕ ਜੈਸਾ ਕਰ ਛੱਡਦੀਆਂ ਨੇ। ਠੀਕ ਹੈ। ਮੱਝ ਜਿਹੜੀ 6 ਤੋਂ 8 ਮਹੀਨੇ ਦੁੱਧ ਕਰਦੀ ਹੈ। ਠੀਕ ਹੈ। ਤੇ ਇਹ ਇਹਨਾਂ ਦਾ ਫਾਇਦਾ ਹੈ। ਕਿੰਨੀਆਂ ਮੱਝਾਂ ਤੇ ਕਿੰਨੀਆਂ ਗਾਈਆਂ ਸਮਾ ਜਾਂਦੀਆਂ ਨੇ? ਕੋਈ 15 ਮੱਝਾਂ ਕਹਿ ਲਓ ਕਿ 7 ਸਮਾ ਜਾਂਦੀਆਂ। 7 ਸਮਾ ਜਾਂਦੀਆਂ ਨੇ? 7 ਸਮਾ ਜਾਂਦੀਆਂ। ਅੱਛਾ, ਤੇ ਮੱਝਾਂ ਕਿਹੜੀ ਨਸਲ ਦੀਆਂ ਰੱਖਣੀ ਚਾਹੀਦੀਆਂ ਨੇ ਤੇ ਗਾਈਆਂ ਕਿਹੜੀ ਨਸਲ ਦੀਆਂ ਰੱਖਣੀਆਂ ਚਾਹੀਦੀਆਂ ਨੇ? ਜੇ ਜ਼ਿਆਦਾ ਇੱਧਰ ਚੀਚਾਵਤਨ ਸਾਹੀਵਾਲ ਇਹ ਜਿਹੜੀਆਂ ਨਾ ਸਾਨੂੰ ਇਹ ਵਾਰੇ ਜਾਂਦੀਆਂ ਨੇ। ਬਾਕੀ ਜਿਹੜੀ ਦੇਸੀ ਮੱਝ ਉਹ ਜਿਹੜੀ ਹੈ ਨਾ ਉਹ ਵਾਰੇ 'ਚ ਨਹੀਂ ਆਉਂਦੀ, ਉਹ ਨਹੀਂ ਵਾਰੇ ਜਾਂਦੀ। ਦੇਸੀ ਮੱਝ ਜਿਹੜੀ ਹੈ ਨਾ ਬਹੁਤ ਘੱਟ ਮਿਕਦਾਰ ਦੀ ਦੁੱਧ ਹੈ। ਅੱਜ ਕੱਲ੍ਹ ਚੀਚਾਵਤਨੀ ਸਾਹੀਵਾਲ ਦੀ ਮੱਝ ਢੁੱਕੀ ਹੋਈ ਸੂਣ ਵਾਲੀ ਜਾਂ ਸੂਈ ਕਿੰਨੇ ਕੁ ਦੀ ਲੱਭ ਜਾਂਦੀ? ਉਹ ਕੋਈ 2.5 ਤੋਂ 3 ਲੱਖ ਰੁਪਏ ਦੀ ਹੁੰਦੀ ਹੈ। ਤੇ ਮੱਝ ਖਰੀਦਣ ਲੱਗਿਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਜਰਾ ਉਹ ਬੰਦਿਆਂ ਨੂੰ ਨਵਿਆਂ ਨੂੰ ਦੱਸ ਦਿਓ ਤਾਂ ਕਿ ਉਹਨਾਂ ਦੀ ਥੋੜੀ ਜਿਹੀ ਰਹਿਨੁਮਾਈ ਹੋ ਜਾਏ ਕਿ ਮੱਝ ਖਰੀਦਣ ਲੱਗਿਆ ਪਿੱਛੋਂ ਮੂੰਹ ਦੇਖੇ ਬੰਦਾ, ਉਹਦਾ ਪਿੱਛਾ ਦੇਖੇ, ਉਹਦਾ ਥਣ ਚੜਾ ਦੇਖੇ। ਠੀਕ ਹੈ। ਇਹ ਕੈਸਾ ਹੈ ਉਹਦੇ ਹਿਸਾਬ ਨਾਲ ਜਿਹੜਾ ਨਾ ਉਹਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਥਣ ਚੱਡਾ ਅੰਦਰ ਬਾਹਰ ਹੋਣਾ ਚਾਹੀਦਾ ਡੰਗਰ ਦਾ। ਥਣ ਸੋਹਣੇ ਹੋਣੇ ਚਾਹੀਦੇ ਨੇ, ਮੁੱਠੀ ਆਉਣ ਵਾਲੇ। ਠੀਕ ਹੈ। ਕਿੰਨੇ ਇੰਚ ਲੰਬਾ ਥਣ ਹੋਏ ਤੋਂ ਮੁਨਾਸਬ ਹੁੰਦਾ ਹੈ? ਤਕਰੀਬਨ 3 ਇੰਚ ਥਣ ਜਿਹੜਾ ਨਾ। ਦੋਵਾਂ ਥਣਾਂ ਦਰਮਿਆਨ ਕਿੰਨਾ ਵਕਫਾ ਹੋਣਾ ਚਾਹੀਦਾ? ਕਮ ਸੇ ਕਮ ਕੋਈ 4-5 ਇੰਚ ਦਾ ਫਰਕ ਹੋਣਾ ਚਾਹੀਦਾ। ਠੀਕ ਹੈ। ਤੇ ਮੱਝ ਸੂਈ ਲੈਣੀ ਚਾਹੀਦੀ ਹੈ ਕਿ ਸੂਣ ਵਾਲੀ? ਮੱਝ ਸੂਈ ਲੈਣੀ ਚਾਹੀਦੀ ਹੈ। ਸੂਣ ਵਾਲੀ ਮੱਝ ਦਾ ਕੱਲ ਨੂੰ ਕੋਈ ਮਸਲਾ ਮਸਾਇਲ ਆ ਜਾਏ ਤੇ ਫਿਰ ਸੂਈ ਮੱਝ ਚੋ ਕੇ ਬੰਦਾ ਲੈ ਪਤਾ ਚੱਲ ਜਾਂਦਾ। ਪਤਾ ਚੱਲ ਜਾਂਦਾ ਕਿ ਹਾਂਜੀ ਇਹਦੀ ਧਾਰ ਸਹੀ ਹੈ, ਇਹ ਦੁੱਧ ਦੀ ਮਿਕਦਾਰ ਕੈਸੀ ਹੈ। ਠੀਕ ਹੈ। ਇਸ ਵਾਸਤੇ ਜਿਹੜਾ ਨਵਾਂ ਬੰਦਾ ਅਗਰ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਉਹਨੂੰ ਖਾਂਗੜੀਆਂ ਮੱਝਾਂ ਲੈ ਕੇ ਸ਼ੁਰੂ ਕਰਨਾ ਚਾਹੀਦਾ ਕਿ ਤਾਜ਼ੀਆਂ? ਕਿਉਂਕਿ ਖਾਂਗੜੀਆਂ ਸਸਤੀਆਂ ਮਿਲ ਜਾਂਦੀਆਂ ਨੇ, ਤਾਜ਼ੀਆਂ ਮਹਿੰਗੀਆਂ ਮਿਲਦੀਆਂ ਨੇ। ਖਾਂਗੜੀਆਂ ਮੱਝਾਂ ਜੇ ਤਾਂ ਸੂਣ ਵਾਲੀਆਂ ਮਿਲ ਜਾਣ ਹਾਂ ਫਿਰ ਤਾਂ ਸਹੀ ਹੈ। ਉਹ 6 ਮਹੀਨੇ ਜਾਂ ਚਾਰਾ ਪਾ ਕੇ ਉਹਨੂੰ ਸਵਾ ਲੇ। ਅੱਛਾ। ਤੇ ਉਹ ਅੱਛੀਆਂ ਰਹਿਣਗੀਆਂ। ਅੱਛਾ। ਜੇ ਉਹ ਤਾਜ਼ੀਆਂ ਲਿਆਣੀਆਂ ਨੇ ਫਿਰ ਉਹ ਚੋ ਕੇ ਲਵੇ ਜਿਹੜੀ ਦੇਖੇ ਕਿ 12-14 ਕਿਲੋ ਦੀ ਮਿਕਦਾਰ ਹੋਏਗੀ ਦੁੱਧ ਦੀ।
ਠੀਕ ਫਿਰ ਹੈ। ਹੋ ਜਾਣੀ ਇਹਨਾਂ ਅੱਛਾ, ਲੋਕ ਕਈ ਜ਼ਿਮੀਂਦਾਰ ਕਹਿੰਦੇ ਨੇ ਕਿ ਮੱਝਾਂ 'ਚ ਝੋਟਾ ਨਾ ਰੱਖਿਆ ਹੋਏ ਤੇ ਘਾਟਾ ਪੈ ਜਾਂਦਾ, ਮੱਝਾਂ ਫੰਡਰ ਹੋ ਨਿਕਲ ਆਉਂਦੀਆਂ ਨੇ, ਤੇ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਕਿ ਤੁਸੀਂ ਝੋਟਾ ਵੀ ਨਹੀਂ ਰੱਖਿਆ ਤੇ ਫਿਰ ਵੀ ਮਾਸ਼ਾਅੱਲਾ ਸਿਸਟਮ ਚਲਾ ਰਹੇ ਹੋ? ਕਿਸ ਤਰ੍ਹਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਮੱਝ ਜਿਹੜੀ ਹੈ ਨਾ ਆਪਣਾ ਦੱਸ ਦਿੰਦੀ ਹੈ ਕਿ ਮੈਂ ਐਸੇ ਨਵੇਂ ਦੁੱਧ ਹੋਣਾ ਹੈ। ਅੱਛਾ, ਇਹ ਤਜਰਬਾਕਾਰ ਬੰਦੇ ਨੂੰ ਵੀ ਪਤਾ ਚੱਲਦਾ? ਤਜਰਬਾਕਾਰ ਬੰਦੇ ਨੂੰ, ਆਮ ਬੰਦੇ ਨੂੰ ਨਹੀਂ ਪਤਾ ਲੱਗਦਾ। ਆਮ ਬੰਦੇ ਨੂੰ ਨਹੀਂ ਪਤਾ ਚੱਲਦਾ। ਅੱਛਾ, ਇਹ ਕੰਮ ਤੁਸੀਂ ਕਰ ਰਹੇ ਹੋ, ਸਾਰਾ ਚੀਜ਼ਾਂ ਮੁੱਲ ਦੀਆਂ ਮੈਨੇਜ ਕਰਦੇ ਹੋ ਕਿ ਤੁਹਾਡੀ ਕੋਈ ਚੀਜ਼ ਵੀ ਤੁਸੀਂ ਕਹਿੰਦੇ ਹੋ ਕਿ ਆਪਣੀ ਨਹੀਂ, ਚਾਰਾ ਵੀ ਮੁੱਲ ਦਾ, ਵੰਡਾ ਵੀ ਮੁੱਲ ਦਾ, ਜਗ੍ਹਾ ਵੀ ਹਿਸਾਬ ਨਾਲ ਕਿਰਾਏ ਦੀ ਬਣ ਗਈ, ਤੇ ਸਾਰੀ ਚੀਜ਼ਾਂ ਪਾ ਲਈਏ ਤੇ ਇਹ ਕੰਮ ਘਾਟੇ 'ਚ ਜਾ ਰਿਹਾ ਕਿ ਮੁਨਾਫੇ 'ਚ ਜਾ ਰਿਹਾ? ਬਸ ਕਹਿ ਲਓ ਕਿ ਗੁਜ਼ਾਰਾ ਹੋ ਰਿਹਾ, ਘਰ ਦਾ ਨਿਜ਼ਾਮ ਚੱਲਦਾ ਪਿਆ। ਗੁਜ਼ਾਰਾ ਹੋ ਰਿਹਾ ਘਰ ਦਾ? ਘਰ ਦਾ ਨਿਜ਼ਾਮ ਚੱਲ ਰਿਹਾ। ਤੁਸੀਂ ਕਿੰਨੇ ਬੰਦੇ ਮਿਲ ਕੇ ਜਾਨਵਰ ਸੰਭਾਲ ਰਹੇ ਹੋ? ਅਸੀਂ ਤਕਰੀਬਨ 2 ਬੰਦੇ ਪੱਕੇ ਆਣਾ ਤੇ ਠੀਕ ਹੈ, ਤੇ 2 ਬੰਦੇ ਜਿਹੜੇ ਨਾ ਪਾਰਟ ਟਾਈਮ ਜਿਹੜਾ ਨਾ 2 ਟਾਈਮ ਉਹ ਡਿਊਟੀ ਜਾਂਦੇ। ਓਵਰਆਲ 3 ਹੋ ਗਏ ਨਾ, ਅਗਰ ਉਹਨਾਂ ਨੇ ਅੱਧਾ ਟਾਈਮ ਲਾ ਲਈ ਤੇ 3 ਬੰਦੇ ਮਿਲ ਕੇ ਜਾਨਵਰ ਸੰਭਾਲ ਸਕਦੇ ਨੇ। ਇੱਕ ਬੰਦਾ ਜਿਹੜਾ 5-6 ਜਾਨਵਰ ਜਿਹੜਾ ਸੰਭਾਲ ਸਕਦਾ ਹੈ। ਠੀਕ ਹੈ। ਇੱਕ ਬੰਦੇ ਦੀ ਤਨਖਾਹ ਅੱਛੀ ਖਾਸੀ ਚ ਨਿਕਲ ਆਉਂਦੀ? ਅਗਰ ਫਰਜ਼ ਕਰੋ ਆਪਣੀ ਤਨਖਾਹ ਦੀ ਗੱਲ ਕਰੀਏ, ਬਈ ਮੈਂ ਫਰਜ਼ ਕਰੋ 50,000 ਜਾਂ ਲੱਖ ਰੁਪਏ ਮਹੀਨਾ ਕਮਾਣਾ ਤੇ ਨਿਕਲ ਆਉਂਦਾ? ਨਹੀਂ, ਇੰਨਾ ਨਹੀਂ ਨਿਕਲਦਾ। ਅੱਛਾ, ਪਰ ਇਹ ਕਿ 30-40,000 ਰੁਪਏ ਜਿਹੜਾ ਨਾ 30 ਬੰਦੇ ਦਾ ਹੱਥ ਆਉਂਦਾ। ਹਾਂ, ठीक है सर, बहुत शुक्रिया, तुसीं बड़ी अच्छी गुफ्तगू की है, तुहां असीं तुहाडे बड़े शुक्रगुजार हाँ। आखिरी मैसेज के तौर पर तुसीं की पैगाम देना चाहोगे नाज़रीन नूं? जाना कराना जल्दी, अच्छे तरीके नाल इन्हां नूं मैनेज किया जाए, अच्छे तरीके नाल चारा पाया जाए, अच्छे तरीके नाल इन्हां नूं संभालिया जाए ते ठीक है। ते फिर ठीक है। जे इन्हां नूं बन के चारा भी नहीं पाना ते ठीक है, इन्हां नूं सही तरीके नाल इन्हां दी देखभाल नहीं करनी ते फिर इहदा कोई फायदा नहीं। ठीक है, मेहरबानी सर, बहुत शुक्रिया, अस्सलाम वालेकुम।